ਕਾਲ ਦੋਸਤੋ, ਐਕਸਟ੍ਰੀਮ ਟੀਚਿੰਗ ਵਿਦ ਲਿਵਜੀਤ ਵਿੱਚ ਆਪ ਜੀ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਜਿਸ ਤਰ੍ਹਾਂ ਕਿ ਅਸੀਂ ਪੋਲੀਟੀਕਲ ਸਾਇੰਸ ਸਮੈਸਟਰ ਦਾ ਫਸਟ ਟੌਪਿਕ ਪਹਿਲੇ ਸ਼ੇਅਰ ਕਰ ਚੁੱਕੇ ਹਾਂ, ਜਿਸ ਵਿੱਚ ਅਸੀਂ ਪਲੈਟੋ ਬਾਰੇ ਜਾਣਕਾਰੀ ਦਿੱਤੀ ਸੀ, ਪਲੈਟੋ ਦੀਆਂ ਰਚਨਾਵਾਂ, ਪਲੈਟੋ ਦੇ ਜੀਵਨ। ਇਸ ਟੌਪਿਕ ਵਿੱਚ ਅਸੀਂ ਪਲੈਟੋ ਤੋਂ ਅੱਗੇ ਸਬ ਟੌਪਿਕ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ, ਜਿਸ ਦਾ ਨਾਮ ਹੈ ਸੋਸ਼ਲ ਐਂਡ ਪੋਲੀਟੀਕਲ ਕੰਡੀਸ਼ਨਸ ਆਫ ਗ੍ਰੀਕ ਸਿਟੀ ਸਟੇਟਸ। ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਨੂੰ ਇੱਕ ਰਿਕੁਐਸਟ ਹੈ, ਇਸ ਚੈਨਲ ਨੂੰ ਸ਼ੇਅਰ, ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰਨਾ। ਹੁਣ ਅਸੀਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸਭ ਤੋਂ ਪਹਿਲੇ ਇੰਟਰੋਡਕਸ਼ਨ। ਯੂਨਾਨੀ ਨਗਰ ਰਾਜਾਂ ਦੀ ਸਮਾਜਿਕ ਅਤੇ ਰਾਜਨੀਤਿਕ ਹਾਲਾਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਗ੍ਰੀਕ ਸ਼ਬਦ ਅਤੇ ਸਿਟੀ ਸਟੇਟ ਸ਼ਬਦ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਣਾ ਬਹੁਤ ਜ਼ਰੂਰੀ ਹੈ। ਗ੍ਰੀਕ ਸ਼ਬਦ, ਜਿਸ ਨੂੰ ਪੰਜਾਬੀ ਭਾਸ਼ਾ ਵਿੱਚ ਯੂਨਾਨੀ ਵੀ ਕਿਹਾ ਜਾਂਦਾ ਹੈ, ਯੂਨਾਨੀ ਰਾਜ ਵਿਵਸਥਾ ਸਭ ਤੋਂ ਪਹਿਲਾਂ ਯੂਰੋਪੀਅਨ ਰਾਜ ਵਿਵਸਥਾ ਮੰਨੀ ਜਾਂਦੀ ਹੈ। ਇਸ ਤੋਂ ਬਾਅਦ ਦੀ ਦੁਨੀਆ ਯੂਰਪ ਦੇ ਬਾਕੀ ਦੁਨੀਆ ਵਿੱਚ ਫੈਲੀ। ਗ੍ਰੀਕ ਯੂਰਪ ਦਾ ਛੋਟਾ ਜਿਹਾ ਰਾਜ ਹੈ। ਯੂਨਾਨ ਨੂੰ ਵੈਸਟਰਨ ਸਿਵਲਾਈਜੇਸ਼ਨ ਵੀ ਕਿਹਾ ਜਾਂਦਾ ਹੈ। ਛੋਟੀਆਂ ਛੋਟੀਆਂ ਰਿਆਸਤਾਂ ਇਸ ਵਿੱਚੋਂ ਹੀ ਹੋਂਦ ਵਿੱਚ ਆਈਆਂ। ਅਸੀਂ ਆਮ ਦੇਖਦੇ ਹਾਂ ਕਿ ਕਿਸੇ ਵੀ ਸ਼ਬਦ ਨੂੰ ਹਿੰਦੀ ਜਾਂ ਪੰਜਾਬੀ ਵਿੱਚ ਅਨੁਵਾਦ ਕਰਨਾ ਹੋਏ ਜਾਂ ਕਿਸੇ ਵੀ ਸ਼ਬਦ ਦੇ ਅਰਥ ਪਰਿਵਰਤਨ ਕਰਨੇ ਹੋਣ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਸ਼ਬਦ ਗ੍ਰੀਕ ਭਾਸ਼ਾ ਜਾਂ ਯੂਨਾਨੀ ਭਾਸ਼ਾ ਦਾ ਸ਼ਬਦ ਹੈ। ਇਸ ਲਈ ਇਹ ਸਭ ਤੋਂ ਪ੍ਰਸਿੱਧ ਸੱਭਿਅਤਾ ਹੈ। ਪ੍ਰਸਿੱਧ ਯੂਨਾਨੀ ਸਾਹਿਤਕਾਰ, ਦਾਰਸ਼ਨਿਕ ਅਤੇ ਮਹਾਨ ਰਾਜਨੀਤੀਵਾਨ ਇੱਥੋਂ ਹੀ ਜਨਮੇ। ਸੁਕਰਾਤ, ਪਲੈਟੋ ਅਤੇ ਅਰਸਤੂ, ਇੱਥੋਂ ਹੀ ਇਹਨਾਂ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ। ਚੌਥੀ, 5ਵੀਂ ਅਤੇ 7ਵੀਂ ਸਦੀ ਦੀ ਈਸਵੀ ਪੂਰਵ ਇਹ ਜੋ ਨਗਰ ਸੀ, ਗ੍ਰੀਕ ਸ਼ਹਿਰ, ਇਹ ਛੋਟੇ ਛੋਟੇ ਨਗਰ ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਹਨਾਂ ਦੀ ਆਪਣੀ ਸਰਕਾਰ ਸੀ, ਆਪਣਾ ਸੰਵਿਧਾਨ ਸੀ। ਗ੍ਰੀਕ ਦੇ ਦੋ ਪ੍ਰਸਿੱਧ ਸ਼ਹਿਰ ਸਨ, ਇੱਕ ਐਥਨਸ ਅਤੇ ਦੂਸਰਾ ਸ਼ਹਿਰ ਸਪਾਟਾ। ਐਥਨਸ ਨੂੰ ਕੈਪੀਟਲ ਸਿਟੀ ਵੀ ਕਿਹਾ ਜਾਂਦਾ ਸੀ ਗ੍ਰੀਕ ਦੀ, ਅਤੇ ਜਿਹੜਾ ਸਪਾਟਾ ਸ਼ਹਿਰ ਸੀ ਇਸ ਦੁਆਰਾ ਇਹ ਯੁੱਧਾਂ ਲਈ ਪ੍ਰਸਿੱਧ ਸੀ। ਸੁਕਰਾਤ, ਪਲੈਟੋ ਅਤੇ ਅਰਸਤੂ ਵੀ ਇਹਨਾਂ ਮਹਾਨ ਨਗਰਾਂ ਵਿੱਚੋਂ ਹੀ ਹੋਏ। ਮੀਨਿੰਗ ਆਫ ਸਿਟੀ ਸਟੇਟਸ। ਇੱਕ ਅਜਿਹਾ ਸ਼ਹਿਰ ਜਿਸ ਦੀ ਆਪਣੀ ਹਕੂਮਤ ਹੀ ਨਹੀਂ ਬਲਕਿ ਜਿਸ ਦਾ ਆਪਣਾ ਪੈਸਾ, ਅਰਥਾਤ ਜਿਸ ਦੀ ਆਪਣੀ ਕਰੰਸੀ ਹੋਏ, ਉਸ ਦਾ ਸਭ ਆਪਣਾ ਹੋਏ, ਉਹ ਸ਼ਹਿਰ ਜੋ ਆਪਣੇ ਆਪ ਵਿੱਚ ਆਜ਼ਾਦ ਹੋਏ। ਇਹਨਾਂ ਸ਼ਹਿਰਾਂ ਵਿੱਚ ਜਿੰਨੀਆਂ ਵੀ ਰਿਆਸਤਾਂ ਹੋਣ, ਉਹਨਾਂ ਦਾ ਆਪਣਾ ਅਲੱਗ-ਅਲੱਗ ਸੱਭਿਆਚਾਰ ਹੋਏ। ਇਹਨਾਂ ਸ਼ਹਿਰਾਂ ਵਿੱਚ ਬਹੁਤ ਸਾਰੀਆਂ ਰਿਆਸਤਾਂ ਮਿਲੀਆਂ ਸਨ, ਪਰੰਤੂ ਐਥਨਸ ਇਹਨਾਂ ਵਿੱਚੋਂ ਸਭ ਤੋਂ ਪ੍ਰਸਿੱਧ ਸ਼ਹਿਰ ਸੀ, ਜਾਂ ਕਹਿ ਲਓ ਕਿ ਸਭ ਤੋਂ ਪ੍ਰਸਿੱਧ ਰਿਆਸਤ ਸੀ। ਪਰਮਾਤਮਾ ਬਾਰੇ ਸਭ ਤੋਂ ਪਹਿਲੀ ਵਾਰ ਗੱਲ ਯੂਨਾਨੀਆਂ ਦੁਆਰਾ ਹੀ ਕੀਤੀ ਗਈ ਸੀ। ਯੂਨਾਨੀਆਂ ਨੇ 16 ਦੇਵਤਾਵਾਂ ਦੇ ਹੋਣ ਦਾ ਪ੍ਰਮਾਣ ਦਿੱਤਾ ਹੈ। ਅਲੈਗਜ਼ੈਂਡਰ ਦੀ ਗ੍ਰੇਟ ਵੀ ਇੱਕ ਪ੍ਰਸਿੱਧ ਯੂਨਾਨੀ ਸੀ, ਜੋ ਕਿ ਇਹਨਾਂ ਸ਼ਹਿਰਾਂ ਵਿੱਚੋਂ ਹੀ ਹੋਏ। ਯੂਨਾਨੀ ਨਗਰ ਰਾਜਾਂ ਦੇ ਸਮਾਜਿਕ ਅਤੇ ਰਾਜਨੀਤਿਕ ਹਾਲਾਤ। ਸੁਕਰਾਤ, ਪਲੈਟੋ ਅਤੇ ਅਰਸਤੂ ਵਰਗੇ ਮਹਾਨ ਦਾਰਸ਼ਨਿਕਾਂ ਨੂੰ ਰਾਜਨੀਤਿਕ ਦਰਸ਼ਨ ਵਿੱਚ ਉੱਚ ਸਥਾਨ ਪ੍ਰਾਪਤ ਹੈ। ਜਿਵੇਂ ਕਿ ਅਸੀਂ ਪਹਿਲਾਂ ਚਰਚਾ ਕਰਦੇ ਆਏ ਹਾਂ ਕਿ ਚੌਥੀ, 5ਵੀਂ ਅਤੇ 7ਵੀਂ ਸਦੀ ਦਾ ਸਮਾਂ ਇਹਨਾਂ ਨਗਰ ਰਾਜਾਂ ਦੀ ਵਿਵਸਥਾ ਦਾ ਪ੍ਰਸਿੱਧ ਸਮਾਂ ਸੀ। ਇਹਨਾਂ ਨਗਰ ਰਾਜਾਂ ਦੀ ਵਿਵਸਥਾ ਰਿਆਸਤਾਂ ਵਿੱਚ ਵਿਭਾਜਿਤ ਸੀ। ਹਰ ਰਿਆਸਤ ਦੀ ਆਪਣੀ ਸਲਤਨਤ ਸੀ, ਆਪਣੀ ਸਰਕਾਰ ਸੀ। ਉਪਰੋਕਤ ਰਾਜਨੀਤਿਕ ਦਾਰਸ਼ਨਿਕ ਵਿਚਾਰਾਂ ਦੁਆਰਾ ਅਸੀਂ ਯੂਨਾਨ ਰਾਜਾਂ ਦੀ ਸਮਾਜਿਕ ਅਤੇ ਰਾਜਨੀਤਿਕ ਵਿਵਸਥਾ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਰਾਜਨੀਤਿਕ ਜੀਵਨ ਦੀ ਇਕਾਈ। ਨੰਬਰ ਪਹਿਲਾ ਪੁਆਇੰਟ ਹੈ, ਯੂਨਾਨ ਦੀਆਂ ਘਾਟੀਆਂ ਸਮੁੰਦਰੀ ਤੱਟਾਂ ਅਤੇ ਟਾਪੂਆਂ ਵਿੱਚ ਵੰਡੇ ਹੋਏ ਨਗਰ ਰਾਜਾਂ ਤੋਂ ਮਿਲ ਕੇ ਬਣੀਆਂ ਹੋਈਆਂ ਸੀ। ਨਾਗਰਿਕ ਅਤੇ ਸਮਾਜਿਕ ਸੰਸਥਾਵਾਂ ਇਕੱਠੀਆਂ ਸਨ। ਆਪਸੀ ਮਿੱਤਰਤਾ ਦੀ ਭਾਵਨਾ ਵੀ ਪਾਈ ਜਾਂਦੀ ਸੀ। ਜਿਸ ਤਰ੍ਹਾਂ ਕਿ ਅਸੀਂ ਸਭ ਜਾਣਦੇ ਹਾਂ ਕਿ ਜਦੋਂ ਵੀ ਕਿਤੇ ਇਕੱਠ ਹੁੰਦਾ ਹੈ, ਉਹਨਾਂ ਵਿੱਚ ਆਪਸੀ ਮਿੱਤਰਤਾ ਦੀ ਭਾਵਨਾ ਪਾਈ ਜਾਂਦੀ ਹੈ। ਇਹਨਾਂ ਯੂਨਾਨੀ ਨਗਰ ਰਾਜਾਂ ਵਿੱਚ ਵੀ ਆਪਸੀ ਮਿੱਤਰਤਾ ਦੀ ਭਾਵਨਾ ਪਾਈ ਜਾਂਦੀ ਸੀ।
ਵਿਚਾਰ ਵਟਾਂਦਰਾ ਅਤੇ ਕਿਤੇ ਮਤਭੇਦ ਵੀ ਸੀ। ਕਹਿੰਦੇ ਹਨ ਕਿ ਜਿੱਥੇ ਸਰਕਾਰਾਂ ਇੱਕ ਹੁੰਦੀਆਂ ਹਨ ਉੱਥੇ ਕੋਈ ਨਾ ਕੋਈ ਵਿਚਾਰ ਵਟਾਂਦਰਾ ਚੱਲਦਾ ਹੀ ਰਹਿੰਦਾ ਹੈ, ਜੋ ਕਿ ਅੱਜ ਦੇ ਅਜੋਕੇ ਸਮੇਂ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਇਹ ਵਿਚਾਰ ਵਟਾਂਦਰਾ ਉਹਨਾਂ ਯੂਨਾਨੀ ਨਗਰ ਰਾਜਾਂ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ। ਲਗਭਗ ਵਰਤਮਾਨ ਦੇਸ਼ ਵਾਲੀ ਸਾਰੀ ਵਿਵਸਥਾ, ਰਾਜਨੀਤਿਕ ਵਿਵਸਥਾ ਵਾਲੇ ਗੁਣ ਇਸ ਯੂਨਾਨੀ ਸੱਭਿਅਤਾ ਵਿੱਚ ਪਾਏ ਜਾਂਦੇ ਸਨ। ਅਸੀਂ ਕਹਿ ਸਕਦੇ ਹਾਂ ਕਿ ਜੋ ਅੱਜ ਦੀ ਅਜੋਕੀ ਰਾਜਨੀਤਿਕ ਵਿਵਸਥਾ ਹੈ, ਇਸ ਦਾ ਪਿਛੋਕੜ ਸਾਨੂੰ ਯੂਨਾਨੀ ਨਗਰ ਰਾਜਾਂ ਵਿੱਚ ਹੀ ਦੇਖਣ ਨੂੰ ਮਿਲਦਾ ਹੈ। ਇਸ ਤੋਂ ਬਾਅਦ ਅਸੀਂ ਦੂਸਰਾ ਪੁਆਇੰਟ ਕਰਾਂਗੇ, ਛੋਟੀਆਂ ਇਕਾਈਆਂ। ਅਜੋਕੇ ਨਗਰ ਰਾਜ ਵਰਤਮਾਨ ਰਾਜ ਵਿਵਸਥਾ ਤੋਂ ਖੇਤਰ ਅਤੇ ਵਸੋਂ ਦੀ ਦ੍ਰਿਸ਼ਟੀ ਤੋਂ ਬਹੁਤ ਛੋਟੇ ਸਨ। ਐਥਨਸ ਅਤੇ ਸਪਾਟਾ, ਇਹਨਾਂ ਨਗਰਾਂ ਦੀਆਂ ਵੀ ਜੋ ਵੀ ਇਕਾਈਆਂ ਸਨ ਉਹਨਾਂ ਨੂੰ ਇੱਕ ਚਿੱਤਰ ਦੇ ਦੁਆਰਾ ਇਸ ਪੁਆਇੰਟ ਵਿੱਚ ਦਰਸਾਇਆ ਗਿਆ ਹੈ। ਇਸ ਤੋਂ ਬਾਅਦ ਅਸੀਂ ਤੀਸਰਾ ਪੁਆਇੰਟ ਕਰਾਂਗੇ, ਵੱਖ-ਵੱਖ ਸ਼ਾਸਨ ਪ੍ਰਣਾਲੀਆਂ। ਯੂਨਾਨੀ ਨਗਰ ਰਾਜਾਂ ਵਿੱਚ ਵੱਖ-ਵੱਖ ਸ਼ਾਸਨ ਪ੍ਰਣਾਲੀਆਂ ਪਾਈਆਂ ਜਾਂਦੀਆਂ ਸੀ, ਜਿਵੇਂ ਕਿ ਐਥਨਸ ਅਤੇ ਸਪਾਟਾ। ਐਥਨਸ ਅਤੇ ਸਪਾਟਾ ਵਿੱਚ ਲੋਕਤੰਤਰ ਅਤੇ ਸੈਨਿਕ ਤੰਤਰ ਪਾਇਆ ਜਾਂਦਾ ਸੀ। ਹੋਰ ਨਗਰ ਰਾਜ ਉਹਨਾਂ ਵਿੱਚ ਧਨਤੰਤਰ, ਕੁਲੀਨਤੰਤਰ ਪਾਇਆ ਜਾਂਦਾ ਸੀ। ਇਸ ਤੋਂ ਬਾਅਦ ਅਸੀਂ ਕਰਾਂਗੇ ਚੌਥਾ ਪੁਆਇੰਟ, ਸਮਾਜ ਅਤੇ ਰਾਜ ਵਿੱਚ ਭੇਦ ਨਹੀਂ ਸੀ। ਸਮਾਜ ਅਤੇ ਰਾਜ, ਜਿਸ ਤਰ੍ਹਾਂ ਕਿ ਪਹਿਲਾਂ ਹੀ 10 ਪੁਆਇੰਟ ਤੋਂ ਹੀ ਪਤਾ ਚੱਲਦਾ ਹੈ ਕਿ ਸਮਾਜ ਅਤੇ ਰਾਜ ਵਿੱਚ ਕੋਈ ਭੇਦ ਭਾਵ ਨਹੀਂ ਸੀ। ਆਪਸੀ ਮਿਲਵਰਤਨ ਪਾਇਆ ਜਾਂਦਾ ਸੀ ਅਤੇ ਇੱਕ ਦੂਜੇ ਦੇ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਸਨ। ਕਹਿ ਸਕਦੇ ਹਾਂ ਕਿ ਅਨਿੱਖੜਵੇਂ ਅੰਗ ਸਨ। ਇਸ ਤੋਂ ਬਾਅਦ ਨੈਕਸਟ ਪੁਆਇੰਟ ਕਰਾਂਗੇ, ਪੰਜਵਾਂ, ਆਬਾਦੀ ਦਾ ਵਰਗ ਭੇਦ। ਇਸ ਨੂੰ ਅਸੀਂ ਇੱਕ ਚਿੱਤਰ ਦੁਆਰਾ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਨਾਗਰਿਕ ਵਰਗ ਸੀ ਪਹਿਲਾ, ਦੂਸਰਾ ਵਿਦੇਸ਼ੀ ਵਰਗ ਸੀ ਅਤੇ ਤੀਸਰਾ ਦਾਸ ਵਰਗ ਸੀ। ਜਿਸ ਤਰ੍ਹਾਂ ਕਿ ਅੱਜ ਵੀ ਅਸੀਂ ਦੇਖਦੇ ਹਾਂ ਕਿ ਜਿਹੜੀ ਵੀ ਵਰਗਾਂ ਦੀ ਵੰਡ ਹੈ, ਬੇਸ਼ੱਕ ਸਰਕਾਰ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਇਹਨਾਂ OBC ਨੂੰ, ਸ਼ੈਡਿਊਲ ਕਾਸਟ ਨੂੰ ਦਿੱਤੀਆਂ ਜਾਂਦੀਆਂ ਹਨ, ਪਰੰਤੂ ਇਹ ਜਿਹੜੀ ਵੰਡ ਹੈ ਇਹ ਯੂਨਾਨੀ ਨਗਰ ਰਾਜਾਂ ਤੋਂ ਹੀ ਚੱਲਦੀ ਆਈ ਹੈ। ਉਸ ਟਾਈਮ ਦੇ ਹਾਲਾਤ ਅੱਜ ਦੇ ਹਾਲਾਤਾਂ ਤੋਂ ਅਲੱਗ ਸਨ, ਕਿਉਂਕਿ ਬਹੁਤ ਸਾਰੇ ਸਮੇਂ ਅਨੁਸਾਰ ਦੇਸ਼ ਦੀ ਵੰਡ ਹੋਈ ਅਤੇ ਇਹਨਾਂ ਜਿਹੜੀਆਂ ਛੋਟੀਆਂ ਜਾਤਾਂ ਕਹਿ ਲਓ ਜਾਂ ਕੁਛ ਵੀ ਕਹਿ ਲਓ, ਇਹਨਾਂ ਨੂੰ ਬਹੁਤ ਦਰਜਾ ਦਿੱਤਾ ਗਿਆ ਅਤੇ ਇਹਨਾਂ ਦਾ ਰਾਖਵਾਂਕਰਨ ਕੀਤਾ ਗਿਆ। ਪਰੰਤੂ ਇਹ ਜਿਹੜੀ ਵੰਡ ਸੀ ਇਹ ਯੂਨਾਨੀ ਨਗਰ ਰਾਜਾਂ ਤੋਂ ਹੀ ਚਲਦੀ ਆ ਰਹੀ ਸੀ। ਬਸ ਇਹਨਾਂ ਦਾ ਦਰਜਾ ਜ਼ਰੂਰ ਉੱਪਰ ਨੀਚੇ ਹੋਇਆ ਹੈ। ਇਸ ਤੋਂ ਬਾਅਦ ਅਸੀਂ 6 ਪੁਆਇੰਟ ਕਰਾਂਗੇ, ਆਪਸੀ ਸੰਘਰਸ਼। ਇਹਨਾਂ ਨਗਰ ਰਾਜਾਂ ਵਿੱਚ ਆਪਸੀ ਸੰਘਰਸ਼ ਚੱਲਦਾ ਰਹਿੰਦਾ ਸੀ। ਅੰਤਰਰਾਜੀ ਵੀ ਇਹ ਸੰਘਰਸ਼ ਅੰਤਰਰਾਜੀ ਵੀ ਸੀ ਅਤੇ ਰਾਜ ਦੇ ਅੰਦਰ ਆਪਸੀ ਗੁੱਟਾਂ, ਜਿਸ ਤਰ੍ਹਾਂ ਕਿ ਰਾਜਨੀਤਿਕ ਹੋ ਗਿਆ, ਰਾਜਤੰਤਰ ਵਿੱਚ ਹੋ ਗਿਆ, ਇਹ ਆਪਸੀ ਸੰਘਰਸ਼ ਇਹਨਾਂ ਦੇ ਵਿੱਚ ਚੱਲਦਾ ਰਹਿੰਦਾ ਸੀ। ਜਿਸ ਤਰ੍ਹਾਂ ਕਿ ਅੱਜ ਦੀਆਂ ਸਰਕਾਰਾਂ ਵਿੱਚ ਚੱਲਦਾ ਹੈ, ਕਿਤੇ BJP ਦੀ ਸਰਕਾਰ ਹੈ ਅਤੇ ਕਿਤੇ ਕਾਂਗਰਸ ਦੀ ਸਰਕਾਰ ਹੈ। ਇਸ ਤਰ੍ਹਾਂ ਹੀ ਉਹਨਾਂ ਯੂਨਾਨੀ ਨਗਰ ਰਾਜਾਂ ਦੇ ਵਿੱਚ ਜਿਹੜੀਆਂ ਵੀ ਰਾਜਨੀਤਿਕ ਇਕਾਈਆਂ ਸੀ ਉਹਨਾਂ ਦੇ ਵਿੱਚ ਆਪਸੀ ਸੰਘਰਸ਼ ਜਿਹੜਾ ਉਹ ਚੱਲਦਾ ਰਹਿੰਦਾ ਸੀ। ਨੈਕਸਟ ਪੁਆਇੰਟ ਕਰਾਂਗੇ, ਆਤਮ ਨਿਰਭਰਤਾ। ਜਿਸ ਤਰ੍ਹਾਂ ਕਿ ਆਤਮ ਨਿਰਭਰਤਾ ਪੁਆਇੰਟ ਤੋਂ ਹੀ ਸਮਝ ਹੈ ਕਿ ਹਰ ਜਿਹੜਾ ਨਗਰ ਰਾਜ ਸੀ ਉਸ ਵਿੱਚ ਆਤਮ ਨਿਰਭਰ ਸੀ, ਆਪਣਾ ਪ੍ਰਸ਼ਾਸਨ ਸੀ ਉਸਦਾ ਉਹ ਆਪ ਚਲਾਉਂਦੇ ਸਨ। ਅਤੇ ਇਸ ਵਿੱਚ ਜਿਹੜਾ ਜ਼ਿਆਦਾ ਆਤਮ ਨਿਰਭਰ ਜਿਹੜਾ ਵਰਗ ਸੀ ਉਹ ਦਾਸ ਵਰਗ ਸੀ। ਦਾਸ ਵਰਗ ਨੂੰ ਸਭ ਤੋਂ ਜ਼ਿਆਦਾ ਸਹੂਲਤ ਪ੍ਰਾਪਤ ਕੀਤੀ ਹੋਈ ਸੀ ਜਾਂ ਉਹਨਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਪ੍ਰਾਪਤ ਕਰਨ ਦੇ ਯਤਨ ਕੀਤੇ ਜਾਂਦੇ ਸਨ। ਨੈਕਸਟ ਪੁਆਇੰਟ ਕਰਾਂਗੇ, ਸਮੁਦਾਇਕ ਭਾਵਨਾ। ਵਿਅਕਤੀ ਅਤੇ ਸਮਾਜ ਵਿੱਚ ਆਪਸੀ ਗੂੜ੍ਹੇ ਸੰਬੰਧ ਸਨ। ਵਿਅਕਤੀ ਨੂੰ ਸਮਾਜ ਦਾ ਮੈਂਬਰ ਸਮਝਿਆ ਜਾਂਦਾ ਸੀ। ਆਪਸੀ ਮਤਭੇਦ ਦੀ ਘਾਟ ਸੀ ਅਤੇ ਇਹਨਾਂ ਨਗਰ ਰਾਜਾਂ ਵਿੱਚ ਮਨੁੱਖ ਸਮਾਜਿਕ ਅਤੇ ਸਮਰਿੱਧ ਅਤੇ ਉੱਚ ਜੀਵਨ ਬਤੀਤ ਕਰਦੇ ਸਨ। ਨੈਕਸਟ ਪੁਆਇੰਟ ਕਰਾਂਗੇ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਦੀ ਘਾਟ। ਕਿਉਂਕਿ ਇਹ ਨਗਰ ਰਾਜ ਜੋ ਸੀ ਇਹਨਾਂ ਦੇ ਜੋ ਵੀ ਵਿਵਸਥਾ ਸੀ ਉਹ ਬਹੁਤ ਪ੍ਰਾਚੀਨ ਸੀ, ਇਸ ਕਰਕੇ ਜਿੰਨੀ ਪ੍ਰੋਗਰੈਸ ਅੱਜ ਦੇ ਸਮੇਂ ਅਜੋਕੇ ਸਮੇਂ ਵਿੱਚ ਕੀਤੀ ਹੈ ਉਨੀ ਪ੍ਰੋਗਰੈਸ ਉਸ ਸਮੇਂ ਵਿੱਚ ਨਹੀਂ ਸੀ। ਇਸ ਕਰਕੇ
ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸਤਰ ਵਿੱਚ ਇਹਨਾਂ ਵਿੱਚ ਆਪਸੀ ਘਾਟ ਪਾਈ ਜਾਂਦੀ ਸੀ, ਕਿਉਂਕਿ ਸਮਾਜ ਵਰਗਾਂ ਵਿੱਚ ਵੰਡਿਆ ਹੋਇਆ ਸੀ ਅਤੇ ਆਪਸੀ ਸਹਿਯੋਗ ਦੀ ਵੀ ਘਾਟ ਸੀ। ਕਿਉਂਕਿ ਅੱਜ ਜਿਸ ਤਰ੍ਹਾਂ ਕਿ ਅੱਜ ਮੀਡੀਆ ਬਹੁਤ ਵੱਧ ਆਪਣੀ ਤਰੱਕੀ ਕਰ ਰਿਹਾ ਹੈ ਅਤੇ ਅੱਜ ਇੰਨੀਆਂ ਜ਼ਿਆਦਾ ਸਹੂਲਤਾਂ ਮਨੁੱਖ ਨੂੰ ਪ੍ਰਾਪਤ ਹਨ ਕਿ ਅੱਜ ਅੰਤਰਰਾਸ਼ਟਰੀ ਔਰ ਰਾਸ਼ਟਰੀ ਸਤਰ 'ਤੇ ਇੱਕ ਸਥਾਨ ਤੋਂ ਦੂਜੇ ਸਥਾਨ, ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾਣਾ ਜਾਂ ਵਿਦੇਸ਼ਾਂ ਵਿੱਚ ਜਾਣਾ ਸਾਨੂੰ ਬਹੁਤ ਆਸਾਨ ਹੋ ਗਿਆ ਹੈ। ਉਹ ਸਹੂਲਤ ਉਹਨਾਂ ਨਗਰ ਰਾਜਾਂ ਵਿੱਚ ਨਾ ਹੋਣ ਦੇ ਕਾਰਨ ਉਹਨਾਂ ਵਿੱਚ ਜਿਹੜੀ ਕਿ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਦੀ ਉਹ ਘਾਟ ਪਾਈ ਜਾਂਦੀ ਸੀ। ਅੱਗੇ ਨੈਕਸਟ ਪੁਆਇੰਟ ਕਰਾਂਗੇ ਅਸੀਂ ਦਾਸ ਪ੍ਰਥਾ। ਜਿਸ ਤਰ੍ਹਾਂ ਕਿ ਅਸੀਂ ਪਹਿਲੇ ਹੀ ਜਾਣ ਚੁੱਕੇ ਹਾਂ ਕਿ ਦਾਸ ਵਰਗ ਜੋ ਹੀ ਉਹਨਾਂ ਨੂੰ ਸਹੂਲਤਾਂ ਜ਼ਿਆਦਾ ਦਿੱਤੀਆਂ ਜਾਂਦੀਆਂ ਸੀ ਜਾਂ ਉਹ ਆਪ ਇਹਨਾਂ ਸਹੂਲਤਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਸਨ। ਇਹਨਾਂ ਨੂੰ ਦਾਸ ਵਰਗ ਨੂੰ ਇੱਕ ਕਹਿ ਸਕਦੇ ਹਾਂ ਕਿ ਉੱਚ ਸਥਾਨ ਵੀ ਪ੍ਰਾਪਤ ਸੀ, ਕਿਉਂਕਿ ਇਹਨਾਂ ਦਾਸਾਂ ਦੇ ਦੁਆਰਾ ਹੀ ਜੋ ਹੈ ਉਹ ਸਮਾਜਿਕ ਦੌਰ ਜਿਹੜਾ ਉਸ ਸਮੇਂ ਦਾ ਇਹਨਾਂ ਤੋਂ ਹੀ ਕਰਵਾਇਆ ਜਾਂਦਾ ਸੀ। ਇਸ ਕਰਕੇ ਦਾਸ ਪ੍ਰਥਾ ਜਿਹੜੀ ਇਹਨਾਂ ਦੀ ਇੱਕ ਮਹਾਨ ਪ੍ਰਥਾ ਸੀ। ਧਾਰਮਿਕ ਰਾਜ, ਜਿਸ ਤਰ੍ਹਾਂ ਕਿ ਅਸੀਂ ਪਿੱਛੇ ਡਿਸਕਸ ਕਰ ਆਏ ਹਾਂ ਕਿ ਸਭ ਤੋਂ ਪਹਿਲੇ ਦੇਵਤਿਆਂ ਦੀ ਜਿਹੜੀ ਖੋਜ ਸੀ ਉਹ ਇਹਨਾਂ ਯੂਨਾਨੀ ਰਾਜਿਆਂ ਦੁਆਰਾ ਹੀ ਕੀਤੀ ਗਈ ਸੀ। ਇਹਨਾਂ ਨੇ ਹੀ ਸਭ ਤੋਂ ਪਹਿਲਾਂ 16 ਦੇਵਤਾਵਾਂ ਦੀ ਗੱਲ ਕੀਤੀ ਸੀ, ਪਰੰਤੂ ਇਹਨਾਂ ਦੀ ਜੋ ਵੀ ਵਿਵਸਥਾ ਸੀ ਉਸ ਨੂੰ ਇੱਕ ਧਾਰਮਿਕ ਰਾਜ ਸਥਾਪਿਤ ਕਰਨ ਦੇ ਹੱਕ ਵਿੱਚ ਇਹ ਨਹੀਂ ਸਨ, ਜਦਕਿ ਇਹ ਮੰਨਦੇ ਸਨ ਕਿ ਦੇਵਤਿਆਂ ਦਾ ਅਸਤਿਤਵ ਹੈ, ਉਹਨਾਂ ਦਾ ਮਾਣ ਹੈ, ਮਾਣ ਸਤਿਕਾਰ ਉਹਨਾਂ ਦਾ ਕਰਦੇ ਸਨ, ਪਰੰਤੂ ਉਹਨਾਂ ਨੂੰ ਸਥਾਪਿਤ ਕਰਨ ਦੇ ਹੱਕ ਵਿੱਚ ਜਿਹੜੇ ਯੂਨਾਨੀ ਸੀ ਉਹ ਨਹੀਂ ਸਨ। ਇਸ ਤੋਂ ਨੈਕਸਟ ਅਸੀਂ ਪੁਆਇੰਟ ਕਰਾਂਗੇ 12ਵਾਂ, ਕਾਨੂੰਨ ਅਤੇ ਸੁਤੰਤਰਤਾ ਦਾ ਮਾਣ। ਨਾਗਰਿਕਾਂ ਨੂੰ ਵਿਚਾਰ, ਭਾਸ਼ਣ ਅਤੇ ਕੰਮ ਕਰਨ ਦੀ ਸੁਤੰਤਰਤਾ ਯੂਨਾਨੀ ਨਗਰ ਰਾਜਾਂ ਵਿੱਚ ਦਿੱਤੀ ਗਈ ਸੀ, ਜੋ ਕਿ ਵਿਵਸਥਾ ਦੇ ਨਾਲ ਬਿਲਕੁਲ ਮੇਲ ਖਾਂਦੀ ਹੈ। ਨੈਕਸਟ ਪੁਆਇੰਟ ਕਰਾਂਗੇ ਵਿਸ਼ੇਸ਼ੀਕਰਨ ਦੀ ਘਾਟ। ਵਿਸ਼ੇਸ਼ੀਕਰਨ ਦੀ ਘਾਟ ਇਹਨਾਂ ਯੂਨਾਨੀ ਰਾਜਾਂ ਵਿੱਚ ਪਾਈ ਜਾਂਦੀ ਸੀ, ਕਿਉਂਕਿ ਸ਼ਾਂਤੀ ਕਾਲ ਵਿੱਚ ਇਹ ਇੱਕ ਸੰਕਟ ਕਾਲ ਵਿੱਚ ਇਹ ਵਿਸ਼ੇਸ਼ੀਕਰਨ ਦੀ ਘਾਟ ਪਾਈ ਜਾਂਦੀ ਸੀ ਯੂਨਾਨੀ ਨਗਰ ਰਾਜਾਂ ਵਿੱਚ, ਕਿਉਂਕਿ ਸ਼ਾਂਤੀ ਕਾਲ ਵਿੱਚ ਜਿਹੜਾ ਇੱਕ ਮੁਖੀ ਆਉਂਦਾ ਸੀ ਸਿਰਫ ਉਸ ਨੂੰ ਹੀ ਵਿਸ਼ੇਸ਼ ਮੰਨਿਆ ਜਾਂਦਾ ਸੀ। ਇਸ ਤੋਂ ਇਲਾਵਾ ਕਿਸੇ ਹੋਰ ਨੂੰ ਆਪਣਾ ਪੱਖ ਰੱਖਣ ਦਾ ਹੱਕ ਨਹੀਂ ਸੀ। ਇਸ ਕਾਰਨ ਇਹਨਾਂ ਯੂਨਾਨੀ ਨਗਰ ਰਾਜਾਂ ਵਿੱਚ ਵਿਸ਼ੇਸ਼ੀਕਰਨ ਦੀ ਘਾਟ ਸੀ। ਇਸ ਤੋਂ ਨੈਕਸਟ ਪੁਆਇੰਟ ਕਰਾਂਗੇ ਨੈਤਿਕਤਾ ਦੇ ਜ਼ੋਰ। ਯੂਨਾਨੀ ਨਗਰ ਰਾਜਾਂ ਵਿੱਚ ਨੈਤਿਕਤਾ 'ਤੇ ਜ਼ੋਰ ਦਿੱਤਾ ਜਾਂਦਾ ਸੀ। ਸੁਕਰਾਤ, ਪਲੈਟੋ ਅਤੇ ਅਰਸਤੂ ਵਰਗੇ ਮਹਾਨ ਦਾਰਸ਼ਨਿਕ ਨੈਤਿਕਤਾ 'ਤੇ ਜ਼ੋਰ ਦਿੰਦੇ ਸਨ, ਕਿਉਂਕਿ ਇਹ ਦਾਰਸ਼ਨਿਕ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਕਮਜ਼ੋਰ ਰਾਜ ਕਦੀ ਵੀ ਤਰੱਕੀ ਨਹੀਂ ਕਰ ਸਕਦਾ। ਇਸ ਤਰ੍ਹਾਂ ਨੈਤਿਕਤਾ 'ਤੇ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਸੀ। ਨੈਕਸਟ ਪੁਆਇੰਟ ਕਰਾਂਗੇ ਨਿਆਂ ਰਾਜ ਦਾ ਮੁੱਖ ਵਿਸ਼ਾ। ਯੂਨਾਨੀ ਨਗਰ ਰਾਜਾਂ ਵਿੱਚ ਨਿਆਂ ਪ੍ਰਧਾਨ ਰਾਜ ਸਨ। ਇਹਨਾਂ ਨਗਰ ਰਾਜਾਂ ਵਿੱਚ ਸਭ ਤੋਂ ਜ਼ਿਆਦਾ ਨਿਆਂ 'ਤੇ ਜ਼ੋਰ ਦਿੱਤਾ ਜਾਂਦਾ ਸੀ। ਬਾਰਕਰ ਨੇ ਆਪਣੀ ਇੱਕ ਪਰਿਭਾਸ਼ਾ ਵਿੱਚ ਜਿਸ ਤਰ੍ਹਾਂ ਕਿ ਪਰਿਭਾਸ਼ਿਤ ਕੀਤਾ ਹੈ, ਨਗਰ ਰਾਜਾਂ ਦਾ ਨਿਆਂ ਨਾਗਰਿਕਾਂ ਦਾ ਆਪਣੇ ਖੇਤਰ ਵਿੱਚ ਕਰਤੱਵਾਂ ਦਾ ਗਿਆਨ ਹੈ, ਜੋ ਵਿਸ਼ਵ ਦੇ ਸਾਹਮਣੇ ਜਨਤਕ ਕਾਰਵਾਈ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਬਾਰਕਰ ਨੇ ਉਸ ਸਮੇਂ ਦਾ ਯੂਨਾਨੀ ਨਗਰ ਰਾਜਾਂ ਦੀ ਪਰਿਭਾਸ਼ਾ ਦਿੰਦੇ ਹੋਏ ਕਿਹਾ ਕਿ ਉਸ ਸਮੇਂ ਨਿਆਂ ਰਾਜਾਂ ਦੀ ਇੰਨੀ ਕੁ ਜ਼ਿਆਦਾ ਵਿਸ਼ੇਸ਼ਤਾ ਸੀ। ਨਿਆਂ ਉਹਨਾਂ ਰਾਜਾਂ ਦੇ ਵਿੱਚ ਮੁੱਖ ਸੀ, ਜੋ ਕਿ ਉਹਨਾਂ ਦਾ ਇੱਕ ਅੱਜ ਦੇ ਵਿਸ਼ਵ ਦੇ ਅਨੁਸਾਰ ਅੱਜ ਦੇ ਸੰਸਾਰ ਦੇ ਅਗਰ ਅਸੀਂ ਮੁਕਾਬਲਾ ਕਰਨਾ ਚਾਹੀਏ ਤਾਂ ਅਸੀਂ ਨਹੀਂ ਕਰਾਂਗੇ ਜਿੰਨਾ ਨਿਆਂ ਉਸ ਸਮੇਂ ਵਿੱਚ ਚੱਲਦਾ ਸੀ। ਸਿੱਟਾ। ਉਪਰੋਕਤ ਵਿਚਾਰ ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਨਗਰ ਰਾਜਾਂ ਦੀ ਰਾਜਨੀਤਿਕ ਅਤੇ ਸਮਾਜਿਕ ਵਿਵਸਥਾ ਸਮਰਿੱਧ ਨਗਰ ਰਾਜਨੀਤਿਕ ਰਾਜ ਵਿਵਸਥਾ ਸੀ। ਨਗਰ ਰਾਜਾਂ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਸੀ। ਸੁਕਰਾਤ, ਪਲੈਟੋ ਅਤੇ ਅਰਸਤੂ ਵਰਗੇ ਮਹਾਨ ਦਾਰਸ਼ਨਿਕਾਂ ਨੇ ਵੀ ਆਪਣੀਆਂ ਰਚਨਾਵਾਂ ਵਿੱਚ ਇਹਨਾਂ ਨਗਰ ਰਾਜਾਂ ਦੀ ਸਮਾਜਿਕ ਅਤੇ ਰਾਜਨੀਤਿਕ ਵਿਵਸਥਾ ਨੂੰ ਪ੍ਰਮੁੱਖ ਸਥਾਨ ਦਿੱਤਾ ਹੈ। ਵਾਰਕਰ ਲਿਖਦਾ ਹੈ, ਰਾਜਨੀਤਿਕ ਵਿਚਾਰਾਂ ਦਾ ਜਨਮ ਯੂਨਾਨੀ ਨਗਰ ਰਾਜਾਂ ਦੇ ਨਾਲ ਹੁੰਦਾ ਹੈ। ਉਪਰੋਕਤ ਸਾਰੀ ਵਿਚਾਰ ਚਰਚਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਇਸ ਵੀਡੀਓ ਦੇ ਵਿੱਚ ਪਲੈਟੋ ਤੋਂ ਅੱਗੇ ਜਿਹੜਾ ਸਬ ਟੋਪਿਕ ਸੀ ਸੋਸ਼ਲ ਐਂਡ ਪੋਲੀਟੀਕਲ ਕੰਡੀਸ਼ਨ ਆਫ ਗ੍ਰੀਕ ਸਿਟੀ ਸਟੇਟ ਵਿੱਚ
ਪ੍ਰੋਪਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੇ ਆਪ ਜੀ ਨੂੰ ਇਹ ਵੀਡੀਓ ਅੱਛੀ ਲੱਗੀ ਹੋਏ ਤਾਂ ਆਪ ਜੀ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।